ਅੱਜ ਅਸੀਂ ਪਵਿੱਤਰ ਅਖਮੀਰੀ ਰੋਟੀ ਦੇ ਪਰਵ ਦੀ ਪਵਿੱਤਰ ਸਭਾ ਵਿੱਚ ਆਏ ਹਾਂ। ਪਰਮੇਸ਼ਵਰ ਦੇ ਵਚਨ ਦਾ ਸਿਰਲੇਖ ਜਿਸ ਦਾ ਅੱਜ ਅਸੀਂ ਅਧਿਐਨ ਕਰਨ ਜਾ ਰਹੇ ਹਾਂ, ਇਹ ਹੈ ਸਲੀਬ ਤੇ ਮਸੀਹ ਦੇ ਦੁੱਖ। ਇਸ ਵਿਸ਼ੇ ਦੇ ਅਧੀਨ ਆਓ ਅਸੀਂ ਪਰਮੇਸ਼ਵਰ ਦੀ ਕਿਰਪਾ ਨੂੰ ਸਾਂਝਾ ਕਰੀਏ। ਅੱਜ ਮਸੀਹ ਦੇ ਦੁੱਖ ਨੂੰ ਯਾਦ ਕਰਨ ਦਾ ਅਖਮੀਰੀ ਰੋਟੀ ਦਾ ਪਰਵ ਹੈ। ਮਸੀਹ ਦੇ ਦੁੱਖ ਦਾ ਕਾਰਨ ਕੀ ਸੀ? ਸਾਰੇ ਮਾਮਲਿਆਂ ਵਿੱਚ ਇੱਕ ਕਾਰਨ ਅਤੇ ਨਤੀਜਾ ਹੁੰਦਾ ਹੈ। ਮਸੀਹ ਸਲੀਬ ਤੇ ਚੜਾਏ ਗਏ। ਇਸ ਨਤੀਜੇ ਦਾ ਕੀ ਕਾਰਨ ਸੀ? ਸਾਨੂੰ ਬਾਈਬਲ ਵਿੱਚ ਇਸ ਦਾ ਜਵਾਬ ਦੇਖਣ ਦੀ ਜ਼ਰੂਰਤ ਹੈ। ਜਦੋਂ ਅਸੀਂ ਯਸ਼ਾਇਆ ਨਬੀ ਦੇ ਉੱਤਰ ਨੂੰ ਦੇਖਦੇ ਹਾਂ ਕਿ ਸਾਡੇ ਹੀ ਪਾਪਾਂ ਦੇ ਕਰਕੇ ਅਤੇ ਸਾਡੇ ਕੁਧਰਮ ਦੇ ਕੰਮਾਂ ਦੇ ਕਰਕੇ ਮਸੀਹ ਨੂੰ ਦੁੱਖ ਚੁੱਕਣਾ ਪਿਆ। ਅੱਜ ਇਸ ਅਖਮੀਰੀ ਰੋਟੀ ਦੇ ਪਰਵ ਦੇ ਦੁਆਰਾ ਸਾਨੂੰ ਸਵਰਗੀ ਪਿਤਾ ਅਤੇ ਮਾਤਾ ਜੀ ਦੇ ਬਲੀਦਾਨ ਨੂੰ ਦੁਬਾਰਾ ਸੋਚਣਾ ਚਾਹੀਦਾ ਹੈ ਅਤੇ ਉਹਨਾਂ ਦੇ ਪਿਆਰ ਨੂੰ ਸਹੀ ਢੰਗ ਨਾਲ ਮਹਿਸੂਸ ਕਰਕੇ ਸਾਨੂੰ ਸਾਮਰੀਆ ਤੇ ਧਰਤੀ ਦੀ ਹੱਦ ਤੱਕ ਜਾ ਕੇ ਆਪਣੇ ਗਵਾਚੇ ਹੋਏ ਭਰਾ ਭੈਣਾਂ ਨੂੰ ਲੱਭਣਾ ਚਾਹੀਦਾ ਹੈ ਅਤੇ ਉਹਨਾਂ ਦੇ ਨਾਲ ਪਰਮੇਸ਼ਵਰ ਦੇ ਪਿਆਰ ਨੂੰ ਵੰਡਣਾ ਚਾਹੀਦਾ ਹੈ ਜੋ ਅਸੀਂ ਪਰਮੇਸ਼ਵਰ ਤੋਂ ਸਿੱਖਿਆ ਹੈ। ਆਓ ਅਸੀਂ ਲੂਕਾ ਅਧਿਆਇ 22 ਵਚਨ 19 ਤੋਂ 20 ਦਾ ਵਚਨ ਦੇਖੀਏ। ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ। ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ। 2000 ਸਾਲ ਪਹਿਲਾਂ ਪਰਮੇਸ਼ਵਰ ਨੇ ਬਾਈਬਲ ਦੇ ਦੁਆਰਾ ਵੱਖ-ਵੱਖ ਘਟਨਾਵਾਂ ਨੂੰ ਦਿਖਾਇਆ ਜੋ ਪਵਿੱਤਰ ਪਸਾ ਦੇ ਪਰਵ ਦੇ ਅਗਲੇ ਦਿਨ ਅਖਮੀਰੀ ਰੋਟੀ ਦੇ ਪਰਵ ਤੇ ਹੋਇਆ ਸੀ। ਯੀਸ਼ੂ ਨੂੰ ਪਤਰਸ ਦੁਆਰਾ 3 ਵਾਰ ਇਨਕਾਰ ਕੀਤਾ ਗਿਆ ਅਤੇ ਹੋਰ ਸਾਰੇ ਚੇਲਿਆਂ ਦੇ ਦੁਆਰਾ ਅਸਵੀਕਾਰ ਕੀਤਾ ਗਿਆ। ਯੀਸ਼ੂ ਨੇ ਸਲੀਬ ਤੇ ਸਾਰੇ ਕਸ਼ਟਾਂ ਦੇ ਬਾਰੇ ਸੋਚਦੇ ਹੋਏ ਮੇਰੀ ਇੱਛਾ ਨਹੀਂ ਪਰ ਪਿਤਾ ਦੀ ਇੱਛਾ ਪੂਰੀ ਹੋਵੇ ਕਹਿ ਕੇ ਗਤਸਮਨੀ ਦੇ ਬਾਗ ਵਿੱਚ ਇਮਾਨਦਾਰੀ ਨਾਲ ਪ੍ਰਾਰਥਨਾ ਕੀਤੀ। ਜਦੋਂ ਅਸੀਂ ਵਚਨ 47 ਦੇਖਦੇ ਹਾਂ ਤਾਂ ਯਹੂਦਾ ਇਸਕਰੀਓਤੀ ਨੇ ਯੀਸ਼ੂ ਨੂੰ ਧੋਖਾ ਦੇਣ ਦੇ ਲਈ ਉਹਨਾਂ ਨੂੰ ਚੁੰਮਿਆ। ਇਸ ਤੋਂ ਇਲਾਵਾ ਤੁਸੀਂ ਉਸ ਦ੍ਰਿਸ਼ ਨੂੰ ਦੇਖ ਸਕਦੇ ਹੋ ਕਿ ਪਤਰਸ ਦੇ ਕਰਕੇ ਜਿਸ ਨੇ ਯੀਸ਼ੂ ਦਾ 3 ਵਾਰ ਇਨਕਾਰ ਕੀਤਾ, ਯੀਸ਼ੂ ਨੂੰ ਬਹੁਤ ਦੁੱਖ ਹੋਇਆ। ਆਓ ਵਚਨ 66 ਦੇਖੀਏ। ਲੂਕਾ ਅਧਿਆਇ 22 ਵਚਨ 66। ਜਦ ਦਿਨ ਚੜ੍ਹਿਆ ਤਾਂ ਲੋਕਾਂ ਦੇ ਬਜ਼ੁਰਗਾਂ ਦੀ ਪੰਚਾਇਤ ਅਰਥਾਤ ਪ੍ਰਧਾਨ ਜਾਜਕ ਅਰ ਗ੍ਰੰਥੀ ਇਕੱਠੇ ਹੋ ਕੇ ਉਹਨੂੰ ਆਪਣੀ ਮਹਾਸਭਾ ਵਿੱਚ ਲੈ ਗਏ ਅਤੇ ਬੋਲੇ, ਜੇ ਤੂੰ ਮਸੀਹ ਹੈ ਤਾਂ ਸਾਨੂੰ ਦੱਸ। ਤਦ ਉਸਨੇ ਉਹਨਾਂ ਨੂੰ ਕਿਹਾ, ਜੇ ਮੈਂ ਤੁਹਾਨੂੰ ਦੱਸਾਂ ਤੁਸੀਂ ਪ੍ਰਤੀਤ ਕਦੇ ਨਾ ਕਰੋਗੇ, ਅਰ ਜੇ ਮੈਂ ਕੁਝ ਪੁੱਛਾਂ ਤਾਂ ਤੁਸੀਂ ਉੱਤਰ ਕਦੇ ਨਾ ਦਿਓਗੇ। ਪਰ ਇਦੋਂ ਅੱਗੇ ਮਨੁੱਖ ਦਾ ਪੁੱਤਰ ਪਰਮੇਸ਼ਵਰ ਦੀ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ। ਤਦ ਉਹਨਾਂ ਸਭਨਾਂ ਆਖਿਆ, ਭਲਾ ਫਿਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ? ਉਸਨੇ ਉਹਨਾਂ ਨੂੰ ਆਖਿਆ, ਸੱਤ ਬਚਨ ਮੈਂ ਉਹ ਹਾਂ। ਤਦ ਉਹਨਾਂ ਨੇ ਕਿਹਾ, ਹੁਣ ਸਾਨੂੰ ਉਗਾਹੀ ਦੀ ਔਰ ਕੀ ਲੋੜ ਹੈ ਕਿਉਂ ਜੋ ਅਸਾਂ ਆਪ ਉਹਦੇ ਮੂੰਹੋਂ ਸੁਣਿਆ ਹੈ। ਇਸ ਤਰ੍ਹਾਂ ਦੇ ਹਾਲਾਤ ਵਿੱਚ ਉਹਨਾਂ ਲੋਕਾਂ ਦੇ ਸਮੂਹ ਨੇ ਜੋ ਯੀਸ਼ੂ ਤੇ ਨੇਚਾ ਨਹੀਂ ਕਰਦੇ ਸੀ, ਯੀਸ਼ੂ ਨੂੰ ਫਸਾਉਣ ਦੇ ਲਈ ਕਈ ਵਾਰ ਕੋਸ਼ਿਸ਼ ਕੀਤੀ ਸੀ। ਆਖਰਕਾਰ ਯੀਸ਼ੂ ਨੂੰ ਪਿਲਾਤੁਸ ਦੀ ਅਦਾਲਤ ਵਿੱਚ ਖੜਾ ਕੀਤਾ ਗਿਆ ਅਤੇ ਬਰੱਬਾਸ ਨਾਮ ਦੇ ਕਾਤਲ ਤੋਂ ਵੀ ਜ਼ਿਆਦਾ ਕਠੋਰ ਸਜ਼ਾ ਸੁਣਾਈ ਗਈ। ਇਸ ਨੂੰ ਅਸੀਂ ਲੂਕਾ ਅਧਿਆਇ 23 ਵਿੱਚ ਦੇਖ ਸਕਦੇ ਹਾਂ। ਆਓ ਅਸੀਂ ਵਚਨ 26 ਦੇਖੀਏ। ਜਾਂ ਉਸ ਨੂੰ ਲਈ ਜਾਂਦੇ ਸਨ ਤਾਂ ਸ਼ਮੌਨ ਇੱਕ ਕਰੂਨੀ ਮਨੁੱਖ ਪਿੰਡੋਂ ਆਉਂਦੇ ਨੂੰ ਫੜ ਕੇ ਉਸ ਉੱਤੇ ਸਲੀਬ ਧਰੀ ਭਾਈ ਯੀਸ਼ੂ ਦੇ ਮਗਰ ਲੈ ਚੱਲੇ। ਲੋਕਾਂ ਦੀ ਵੱਡੀ ਭੀੜ ਉਹਦੇ ਪਿੱਛੇ ਗਈ, ਨਾਲ ਬਹੁਤ ਸਾਰੀਆਂ ਤੀਵੀਆਂ ਜਿਹੜੀਆਂ ਉਹਦੇ ਲਈ ਪਿੱਟਦੀਆਂ ਤੇ ਰੋਂਦੀਆਂ ਸਨ। ਪਰ ਯੀਸ਼ੂ ਉਹਨਾਂ ਦੀ ਵੱਲ ਪਿਛਾਂਹ ਹੋ ਕੇ ਬੋਲਿਆ, ਹੇ ਯਰੂਸ਼ਲਮ ਦੀ ਧੀਓ, ਮੈਨੂੰ ਨਾ ਰੋਵੋ, ਪਰ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਰੋਵੋ, ਕਿਉਂਕਿ ਵੇਖੋ ਉਹ ਦਿਨ ਆਉਂਦੇ ਹਨ ਜਿਨ੍ਹਾਂ ਵਿੱਚ ਆਖਣਗੇ, ਭਾਈ ਧੰਨ ਹਨ ਬਾਂਝਾਂ ਅਤੇ ਉਹ ਕੁੱਖਾਂ ਜਿਨ੍ਹਾਂ ਨਹੀਂ ਜਣਿਆ ਅਤੇ ਉਹ ਦੁਧੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ
ਤਦ ਪਹਾੜਾਂ ਨੂੰ ਕਹਿਣ ਲੱਗਣਗੇ ਕਿ ਸਾਡੇ ਉੱਤੇ ਡਿੱਗ ਪਓ ਅਤੇ ਟਿੱਬਿਆਂ ਨੂੰ ਭਈ ਸਾਨੂੰ ਲੁਕਾ ਲਿਓ, ਕਿਉਂਕਿ ਜਾਂ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ। ਹੋਰ ਦੋਹਾਂ ਨੂੰ ਵੀ ਜੋ ਬੁਰਿਆਰ ਸਨ ਉਹਦੇ ਸੰਗ ਮਾਰਨ ਨੂੰ ਲਈ ਜਾਂਦੇ ਸਨ, ਅਤੇ ਜਾਂ ਉਸ ਥਾਂ ਪਹੁੰਚੇ ਜੋ ਕਲਵਰੀ ਕਹਾਉਂਦਾ ਹੈ ਤਾਂ ਉਹਨੂੰ ਉੱਥੇ ਸਲੀਬ ਤੇ ਚੜਾਇਆ, ਅਤੇ ਉਹਨਾਂ ਬੁਰਿਆਰਾਂ ਨੂੰ ਵੀ ਇੱਕ ਸੱਜੇ ਅਤੇ ਦੂਆ ਖੱਬੇ। ਤਦ ਯੀਸ਼ੂ ਨੇ ਆਖਿਆ, ਹੈ ਪਿਤਾ, ਉਹਨਾਂ ਨੂੰ ਮਾਫ ਕਰ, ਕਿਉਂ ਜੋ ਉਹ ਨਹੀਂ ਜਾਣਦੇ ਭਾਈ ਕੀ ਕਰਦੇ ਹਨ। ਅਤੇ ਉਹਨਾਂ ਉਸਦੇ ਕੱਪੜੇ ਵੰਡ ਕੇ ਗੁਣੇ ਪਾਏ। ਅਰ ਲੋਕ ਖਲੋਤੇ ਵੇਖ ਰਹੇ ਸਨ, ਅਤੇ ਸਰਦਾਰ ਵੀ ਮਖੌਲ ਨਾਲ ਕਹਿਣ ਲੱਗੇ, ਭਾਈ ਇਹਨੇ ਹੋਰਨਾਂ ਨੂੰ ਬਚਾਇਆ, ਜੇਕਰ ਇਹ ਪਰਮੇਸ਼ਵਰ ਦਾ ਮਸੀਹ ਅਤੇ ਉਹਦਾ ਚੁਣਿਆ ਹੋਇਆ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ। ਸਿਪਾਹੀਆਂ ਨੇ ਵੀ ਉਸ ਨਾਲ ਠੱਠਾ ਕੀਤਾ ਅਤੇ ਨੇੜੇ ਆਣ ਕੇ ਉਹਨੂੰ ਸਿਰਕਾ ਦਿੱਤਾ ਤੇ ਆਖਿਆ, ਜੇ ਤੂੰ ਯਹੂਦੀਆਂ ਦਾ ਪਾਤਸ਼ਾਹ ਹੈ ਤਾਂ ਆਪਣੇ ਆਪ ਨੂੰ ਬਚਾ ਲੈ। ਅਰ ਉਹਦੇ ਉਤਾਹਾਂ ਇਹ ਲਿਖਤ ਵੀ ਲਾਈ ਹੋਈ ਸੀ, ਜੋ ਇਹ ਯਹੂਦੀਆਂ ਦਾ ਪਾਤਸ਼ਾਹ ਹੈ। ਉਹਨਾਂ ਬੁਰਿਆਰਾਂ ਵਿੱਚੋਂ ਜਿਹੜੇ ਟੰਗੇ ਹੋਏ ਸਨ, ਇੱਕ ਨੇ ਕਹਿ ਕੇ ਉਸ ਨੂੰ ਮੇਣਾ ਮਾਰਿਆ ਕਿ ਭਲਾ ਤੂੰ ਮਸੀਹ ਨਹੀਂ ਹੈ ਤਾਂ ਆਪਣੇ ਆਪ ਨੂੰ ਅਤੇ ਸਾਨੂੰ ਵੀ ਬਚਾ। ਪਰ ਦੂਏ ਨੇ ਅੱਗੋਂ ਉਹਨੂੰ ਝਿੜਕ ਕੇ ਆਖਿਆ ਕਿ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ਵਰ ਕੋਲੋਂ ਨਹੀਂ ਡਰਦਾ। ਅਸੀਂ ਤਾਂ ਨਿਆਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ, ਪਰ ਉਹਨੇ ਕੋਈ ਔਗੁਣ ਨਹੀਂ ਕੀਤਾ। ਅਤੇ ਉਹਨੇ ਆਖਿਆ, ਹੇ ਯੀਸ਼ੂ, ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀ। ਉਸਨੇ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਹਾਂ ਭਈ ਅੱਜ ਤੂੰ ਮੇਰੇ ਸੰਗ ਸੁਰਗ ਵਿੱਚ ਹੋਵੇਂਗਾ। ਹੁਣ 2 ਕੁ ਪਹਿਰ ਹੋ ਗਏ ਸਨ, ਅਰ ਸਾਰੀ ਧਰਤੀ ਉੱਤੇ 30 ਪਹਿਰ ਤੀਕਰ ਹਨੇਰਾ ਰਿਹਾ, ਅਤੇ ਸੂਰਜ ਕਾਲਾ ਪੈ ਗਿਆ, ਅਤੇ ਹੈਕਲ ਦਾ ਪਰਦਾ ਵਿਚਕਾਰੋਂ ਪਾਟ ਗਿਆ। ਤਾਂ ਯੀਸ਼ੂ ਉੱਚੀ ਆਵਾਜ਼ ਨਾਲ ਚਿੱਲਾ ਕੇ ਆਖਿਆ ਕਿ ਹੇ ਪਿਤਾ, ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ। ਅਤੇ ਇਹ ਕਹਿ ਕੇ ਪ੍ਰਾਣ ਛੱਡ ਦਿੱਤੇ। 2000 ਸਾਲ ਪਹਿਲਾਂ ਅਖਮੀਰੀ ਰੋਟੀ ਦਾ ਪਰਵ ਸਵੇਰੇ 9 ਵਜੇ ਯੀਸ਼ੂ ਸਲੀਬ ਤੇ ਚੜਾਏ ਗਏ ਸੀ। ਜਿਸ ਸਮੇਂ ਯੀਸ਼ੂ ਨੂੰ ਸਲੀਬ ਤੇ ਚੜਾਇਆ ਗਿਆ, ਉਹੀ ਸਮੇਂ ਅਸੀਂ ਅੱਜ ਸਵੇਰ ਦੀ ਆਰਾਧਨਾ ਮਨਾ ਰਹੇ ਹਾਂ। ਦੁਪਹਿਰ 3 ਵਜੇ ਆਪਣੀ ਮੌਤ ਤੱਕ ਯੀਸ਼ੂ ਨੇ ਮਰਨ ਤੱਕ ਸਲੀਬ ਦੇ ਦਰਦ ਦਾ ਅਨੁਭਵ ਕੀਤਾ, ਅਤੇ ਉਹਨਾਂ ਨੂੰ ਕੋੜੇ ਮਾਰੇ ਗਏ। ਉਹਨਾਂ ਦੀ ਬਰਛੀ ਨਾਲ ਵੱਖੀ ਵਿੰਨੀ ਗਈ। ਉੱਤਮ ਪ੍ਰਾਣੀਆਂ ਦੇ ਦੁਆਰਾ ਉਹਨਾਂ ਦਾ ਮਜ਼ਾਕ ਉਡਾਇਆ ਗਿਆ। ਫਿਰ ਵੀ ਉਹਨਾਂ ਨੇ ਸਭ ਕੁਝ ਸਹਿਣ ਕੀਤਾ, ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਉਹਨਾਂ ਦਾ ਬਲੀਦਾਨ ਅਤੇ ਦਰਦ ਉਹਨਾਂ ਦੀਆਂ ਸੰਤਾਨਾਂ ਨੂੰ ਬਚਾਉਣ ਦਾ ਇੱਕੋ ਇੱਕ ਤਰੀਕਾ ਸੀ। ਇਸ ਤਰ੍ਹਾਂ ਪਿਤਾ ਨੇ ਚੁੱਪਚਾਪ ਸਲੀਬ ਤੇ ਬੋਝ ਚੁੱਕਿਆ। ਸਾਰੇ ਮਾਮਲਿਆਂ ਵਿੱਚ ਹਮੇਸ਼ਾ ਇੱਕ ਕਾਰਨ ਅਤੇ ਨਤੀਜਾ ਹੁੰਦਾ ਹੈ। ਬਾਈਬਲ ਸਾਨੂੰ ਇਸ ਨਤੀਜੇ ਦਾ ਕਾਰਨ ਦੱਸਦੀ ਹੈ ਕਿ ਸਾਡੇ ਪਾਪਾਂ ਦੇ ਕਰਕੇ ਸਭ ਕੁਝ ਇਸ ਤਰ੍ਹਾਂ ਹੋਇਆ। ਹੁਣ ਆਓ ਅਸੀਂ ਯਸ਼ਾਇਆ 53 ਦੇਖੀਏ ਅਤੇ ਸਹੀ ਢੰਗ ਨਾਲ ਅਖਮੀਰੀ ਰੋਟੀ ਦੇ ਪਰਵ ਦਾ ਅਰਥ ਅਤੇ ਮਸੀਹ ਦੇ ਦੁੱਖ ਦਾ ਅਰਥ ਸਮਝੀਏ। ਇਸ ਤਰ੍ਹਾਂ ਕਰਨ ਨਾਲ ਸਾਨੂੰ ਸਵਰਗ ਦੇ ਪ੍ਰਤੀ ਆਪਣਾ ਵਿਸ਼ਵਾਸ ਅਤੇ ਆਸ ਕਦੀ ਨਹੀਂ ਗਵਾਉਣੀ ਚਾਹੀਦੀ, ਤਾਂ ਜੋ ਪਿਤਾ ਦਾ ਬਲੀਦਾਨ ਅਤੇ ਮਾਤਾ ਜੀ ਦਾ ਪਿਆਰ ਕਦੀ ਬੇਕਾਰ ਨਾ ਹੋਵੇ। ਯਸ਼ਾਇਆ ਅਧਿਆਇ 53 ਵਚਨ 1 ਦੇਖੀਏ। ਸਾਡੇ ਪ੍ਰਚਾਰ ਦੀ ਕਿਹਨੇ ਪ੍ਰਤੀਤ ਕੀਤੀ ਅਤੇ ਯਹੋਵਾ ਦੀ ਬੁਝਾ ਕਿਹਦੇ ਉੱਤੇ ਪ੍ਰਗਟ ਹੋਈ। ਉਹ ਤਾਂ ਕੁੰਬਲ ਵਾਂਗੂ ਉਹਦੇ ਅੱਗੇ ਅਤੇ ਸੁੱਕੀ ਧਰਤੀ ਵਿੱਚੋਂ ਜੜ ਵਾਂਗੂ ਫੁੱਟ ਨਿਕਲਿਆ। ਉਸ ਦਾ ਨਾ ਕੋਈ ਰੂਪ ਸੀ, ਨਾ ਕੋਈ ਸਰੂਪ ਸੀ, ਅਤੇ ਜਦ ਅਸੀਂ ਉਸ ਨੂੰ ਵੇਖੀਏ ਤਾਂ ਕੋਈ ਸੁਪਨ ਨਹੀਂ ਸੀ ਭਾਈ ਉਸ ਨੂੰ ਪਸੰਦ ਕਰੀਏ। ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ, ਇੱਕ ਦੁਖੀਆ ਮਨੁੱਖ, ਸੋਗ ਦਾ ਜਾਣੂ, ਅਤੇ ਉਸ ਵਾਂਗੂ ਜਿਸ ਤੋਂ ਲੋਕ ਮੂੰਹ ਲੁਕਾਉਂਦੇ, ਉਹ ਤੁੱਛ ਜਾਤਾ ਗਿਆ ਅਤੇ ਅਸਾਂ ਉਸ ਦੀ ਕਦਰ ਨਾ ਕੀਤੀ। ਸੱਚਮੁੱਚ ਉਹਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ, ਪਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ਵਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ। ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ
ਅਸੀਂ ਨਰੋਏ ਕੀਤੇ ਗਏ। ਅਸੀਂ ਸਾਰੇ ਭੇਡਾਂ ਵਾਂਗੂ ਭੁੱਲੇ ਫਿਰਦੇ ਸਾਂ। ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ ਅਤੇ ਯਹੋਵਾ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ। ਉਹ ਸਤਾਇਆ ਗਿਆ ਤੇ ਦੁਖੀ ਹੋਇਆ, ਪਰ ਉਸ ਆਪਣਾ ਮੂੰਹ ਨਾ ਖੋਲਿਆ। ਲੇਲੇ ਵਾਂਗੂ ਜਿਹੜਾ ਕੱਟੇ ਜਾਣ ਲਈ ਲੈ ਜਾਇਆ ਜਾਂਦਾ ਅਤੇ ਭੇਡ ਵਾਂਗੂ ਜਿਹੜੀ ਉਨ ਕਤਰਨ ਵਾਲਿਆਂ ਦੇ ਅੱਗੇ ਗੂੰਗੀ ਹੈ, ਸੋ ਉਸ ਆਪਣਾ ਮੂੰਹ ਨਾ ਖੋਲਿਆ। ਜ਼ੁਲਮ ਅਤੇ ਨਿਆਂ ਦੇ ਕਾਰਨ ਉਹ ਫੜਿਆ ਗਿਆ। ਉਸ ਦੀ ਪੀੜ੍ਹੀ ਵਿੱਚੋਂ ਕਿਸ ਸੋਚਿਆ ਕਿ ਮੇਰੀ ਪ੍ਰਜਾ ਦੇ ਅਪਰਾਧ ਦੇ ਕਾਰਨ ਜਿਹਨੂੰ ਮਾਰ ਪੈਣੀ ਸੀ, ਉਹ ਜਿਉਂਦਿਆਂ ਦੀ ਧਰਤੀ ਤੋਂ ਕੱਟਿਆ ਗਿਆ। ਉਸ ਦੀ ਕਬਰ ਦੁਸ਼ਟਾਂ ਦੇ ਵਿੱਚ ਅਤੇ ਉਸ ਦੀ ਮੌਤ ਦੇ ਵੇਲੇ ਧਨੀ ਨਾਲ ਠਹਿਰਾਈ ਗਈ। ਭਾਵੇਂ ਉਸ ਜ਼ੁਲਮ ਨਹੀਂ ਕੀਤਾ, ਨਾ ਉਸ ਦੇ ਮੂੰਹ ਵਿੱਚ ਛਲ ਸੀ, ਪਰ ਯਹੋਵਾ ਨੂੰ ਪਾਇਆ ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ। ਜਦ ਤੂੰ ਉਸ ਦੀ ਜਾਨ ਨੂੰ ਦੋਸ਼ ਦੀ ਬਲੀ ਠਹਿਰਾਵੇਂ ਤਾਂ ਉਹ ਆਪਣੀ ਅੰਸ਼ ਨੂੰ ਵੇਖੇਗਾ। ਉਹ ਆਪਣੇ ਦਿਨ ਲੰਬੇ ਕਰੇਗਾ ਅਤੇ ਯਹੋਵਾ ਦੀ ਪਾਉਣੀ ਉਸ ਦੇ ਹੱਥ ਵਿੱਚ ਸਫਲ ਹੋਵੇਗੀ। ਉਹ ਆਪਣੀ ਜਾਨ ਦੇ ਕਸ਼ਟ ਤੋਂ ਵੇਖੇਗਾ ਤੇ ਤ੍ਰਿਪਤ ਹੋਵੇਗਾ। ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ ਅਤੇ ਉਹਦੀਆਂ ਬਦੀਆਂ ਨੂੰ ਚੁੱਕ ਲਵੇਗਾ। ਇਸ ਲਈ ਮੈਂ ਉਸ ਨੂੰ ਵੱਡਿਆਂ ਦੇ ਨਾਲ ਹਿੱਸਾ ਵੰਡ ਦਿਆਂਗਾ ਅਤੇ ਬਲਵੰਤਾਂ ਦੇ ਨਾਲ ਉਹ ਲੁੱਟ ਵੰਡੇਗਾ, ਕਿਉਂ ਜੋ ਉਸ ਆਪਣੀ ਜਾਨ ਮੌਤ ਲਈ ਡੋਲ ਦਿੱਤੀ ਅਤੇ ਅਪਰਾਧੀਆਂ ਨਾਲ ਗਿਣਿਆ ਗਿਆ। ਉਸ ਬਹੁਤਿਆਂ ਦੇ ਪਾਪ ਚੁੱਕੇ ਅਤੇ ਅਪਰਾਧੀਆਂ ਦੀ ਸਿਫਾਰਿਸ਼ ਕੀਤੀ। ਜਿਵੇਂ ਕਿ ਯਸ਼ਾਇਆ 53 ਵਿੱਚ ਦੱਸਿਆ ਗਿਆ ਹੈ, ਪਿਤਾ ਦੇ ਸਲੀਬ ਤੇ ਚੜਾਏ ਜਾਣ ਦਾ ਕਾਰਨ ਸਾਡੇ ਅਪਰਾਧਾਂ ਦੇ ਕਰਕੇ ਸੀ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਇਹ ਨਤੀਜਾ ਸਾਡੇ ਕੁਧਰਮ ਦੇ ਕੰਮਾਂ ਦੇ ਕਰਕੇ ਸੀ। ਸਾਨੂੰ ਸਾਰੀਆਂ ਸਿਉਣ ਦੀਆਂ ਸੰਤਾਨਾਂ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ ਕਿ ਸਵਰਗੀ ਪਿਤਾ ਅਤੇ ਮਾਤਾ ਜੀ ਨੂੰ ਕਿਉਂ ਇਸ ਤਰ੍ਹਾਂ ਬਲੀਦਾਨ ਕਰਨਾ ਅਤੇ ਦਰਦ ਸਹਿਣਾ ਪਿਆ। ਜੇਕਰ ਅਸੀਂ ਸਲੀਬ ਤੇ ਕਸ਼ਟ ਨਾ ਭਰੇ ਦਰਦ ਨੂੰ ਪੂਰੀ ਤਰ੍ਹਾਂ ਨਾ ਸਮਝੀਏ ਤਾਂ ਅਸੀਂ ਆਪਣੀ ਨਿਸ਼ਚਾ ਦੀ ਅਣਦੇਖੀ ਕਰਾਂਗੇ। ਜਦੋਂ ਅਸੀਂ ਪਿਤਾ ਅਤੇ ਮਾਤਾ ਜੀ ਦੇ ਦੁਆਰਾ ਦਿੱਤੇ ਗਏ ਪਿਆਰ ਨੂੰ ਛੋਟਾ ਅਤੇ ਤੁੱਛ ਸਮਝਾਂਗੇ ਤਾਂ ਅਸੀਂ ਆਪਣੀ ਨਿਸ਼ਚਾ ਦੇ ਜੀਵਨ ਵਿੱਚ ਭਟਕਾਂਗੇ। ਇਸ ਤਰ੍ਹਾਂ ਕਰਨ ਤੋਂ ਰੋਕਣ ਲਈ ਸਾਨੂੰ ਪਿੱਛੇ ਮੁੜ ਕੇ ਆਪਣੇ ਨਿਸ਼ਚਾ ਨੂੰ ਦੇਖਦੇ ਹੋਏ ਇਸ ਅੱਖ ਮੇਰੀ ਰੋਟੀ ਦੇ ਪਰਵ ਨੂੰ ਪਵਿੱਤਰ ਰੱਖਣਾ ਚਾਹੀਦਾ ਹੈ। ਪਹਿਲਾ ਯਹੂਨਾ ਅਧਿਆਇ 4 ਦੇਖਦੇ ਹੋਏ ਆਓ ਅਸੀਂ ਇਸ ਤਰ੍ਹਾਂ ਦੀ ਸਿਉਣ ਦੀ ਸੰਤਾਨ ਬਣੀਏ ਜੋ ਪਰਮੇਸ਼ਵਰ ਦੀ ਕਿਰਪਾ ਨੂੰ ਕਦੀ ਧੋਖਾ ਨਹੀਂ ਦਿੰਦੀ, ਜਿਨ੍ਹਾਂ ਨੇ ਸਾਡੇ ਜ਼ਿਆਦਾ ਪਾਪਾਂ ਨੂੰ ਬਿਨਾਂ ਪੁੱਛੇ ਮਾਫ ਕਰ ਦਿੱਤਾ। ਪਹਿਲਾ ਯਹੂਨਾ ਅਧਿਆਇ 4 ਦੇਖੀਏ। ਪਹਿਲਾ ਯਹੂਨਾ ਅਧਿਆਇ 4 ਵਚਨ 7। हे ਪਿਆਰਿਓ, ਆਓ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ, ਕਿਉਂ ਜੋ ਪ੍ਰੇਮ ਪਰਮੇਸ਼ਵਰ ਤੋਂ ਹੈ ਅਤੇ ਹਰੇਕ ਜਿਹੜਾ ਪ੍ਰੇਮ ਕਰਦਾ ਹੈ ਉਹ ਪਰਮੇਸ਼ਵਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ਵਰ ਨੂੰ ਜਾਣਦਾ ਹੈ। ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ਵਰ ਨੂੰ ਨਹੀਂ ਜਾਣਦਾ, ਕਿਉਂ ਜੋ ਪਰਮੇਸ਼ਵਰ ਪ੍ਰੇਮ ਹੈ। ਪਰਮੇਸ਼ਵਰ ਦਾ ਪ੍ਰੇਮ ਸਾਡੇ ਵਿੱਚ ਇਸ ਤੋਂ ਪ੍ਰਗਟ ਹੋਇਆ ਜੋ ਪਰਮੇਸ਼ਵਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਘੱਲਿਆ ਭਾਈ ਅਸੀਂ ਉਹਦੇ ਰਾਹੀਂ ਜੀਵੀਏ। ਸਾਨੂੰ ਜੀਵਨ ਦੇਣ ਦੇ ਲਈ ਪਿਤਾ ਜੀ ਨੂੰ ਕੋੜੇ ਮਾਰੇ ਗਏ ਅਤੇ ਉੱਤਮ ਪ੍ਰਾਣੀਆਂ ਦੇ ਦੁਆਰਾ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਅਤੇ ਉਹਨਾਂ ਨੂੰ ਸਲੀਬ ਦੇ ਦਰਦ ਅਤੇ ਬਰਛੀ ਨਾਲ ਵੱਖੀ ਵਿੰਨੇ ਜਾਣ ਦਾ ਦਰਦ ਵੀ ਸਹਿਨ ਕੀਤਾ। ਜਿਵੇਂ ਕਿ ਪਹਿਲਾ ਯਹੂਨਾ 4 ਵਿੱਚ ਦੱਸਿਆ ਗਿਆ ਸੀ। ਇਸ ਦਾ ਕਾਰਨ ਇਹ ਸੀ ਕਿ ਉਹਨਾਂ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਨੂੰ ਬਚਾਉਣਾ ਚਾਹਿਆ। ਸਾਨੂੰ ਸਾਰਿਆਂ ਸਿਉਣ ਦੀਆਂ ਸੰਤਾਨਾਂ ਨੂੰ ਆਪਣੇ ਦਿਲ ਤੇ ਪਿਤਾ ਜੀ ਦੇ ਪਿਆਰ ਅਤੇ ਬਲੀਦਾਨ ਨੂੰ ਡੂੰਘਾਈ ਨਾਲ ਲਿਖਣਾ ਚਾਹੀਦਾ ਹੈ। ਆਓ ਅਸੀਂ ਵਚਨ 10 ਦੇ ਲਈ ਜਾਰੀ ਰਹੀਏ। ਪ੍ਰੇਮ ਇਸ ਗੱਲ ਵਿੱਚ ਹੈ ਨਾ ਜੋ ਅਸਾਂ ਪਰਮੇਸ਼ਵਰ ਨਾਲ ਪ੍ਰੇਮ ਕੀਤਾ, ਸਗੋਂ ਇਹ ਜੋ ਉਹਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਪੁੱਤਰ ਨੂੰ ਘੱਲਿਆ ਭਈ ਉਹ ਸਾਡੇ ਪਾਪਾਂ ਦਾ ਪ੍ਰਾਇਸ਼ਚਿਤ ਹੋਵੇ। हे ਪਿਆਰਿਓ, ਜਦੋਂ ਪਰਮੇਸ਼ਵਰ ਨੇ ਸਾਡੇ ਨਾਲ ਇਸ ਪ੍ਰਕਾਰ ਪ੍ਰੇਮ ਕੀਤਾ ਤਾਂ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਏ ਨਾਲ ਪ੍ਰੇਮ ਕਰੀਏ। ਪਰਮੇਸ਼ਵਰ ਨੂੰ ਕਿਸੇ ਨੇ ਕਦੀ ਨਹੀਂ ਡਿੱਠਾ
ਜੋ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖਦੇ ਹਾਂ ਤਾਂ ਪਰਮੇਸ਼ਵਰ ਸਾਡੇ ਵਿੱਚ ਰਹਿੰਦਾ ਹੈ ਅਤੇ ਉਹਦਾ ਪ੍ਰੇਮ ਸਾਡੇ ਵਿੱਚ ਸੰਪੂਰਨ ਕੀਤਾ ਹੋਇਆ ਹੈ। ਉਹਨੇ ਆਪਣੇ ਆਤਮਾ ਵਿੱਚੋਂ ਸਾਨੂੰ ਦਾਨ ਜੋ ਕੀਤਾ ਹੈ, ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹਦੇ ਵਿੱਚ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ ਰਹਿੰਦਾ ਹੈ। ਅਸਾਂ ਵੇਖਿਆ ਹੈ ਅਤੇ ਸਾਖੀ ਦਿੰਦੇ ਹਾਂ, ਜੋ ਪਿਤਾ ਨੇ ਪੁੱਤਰ ਨੂੰ ਕੱਲਿਆ ਭਾਈ ਉਹ ਸੰਸਾਰ ਦਾ ਮੁਕਤੀ ਦਾਤਾ ਹੋਵੇ। ਜੋ ਕੋਈ ਮੰਨ ਲੈਂਦਾ ਹੈ ਭਾਈ ਯੀਸ਼ੂ ਪਰਮੇਸ਼ਵਰ ਦਾ ਪੁੱਤਰ ਹੈ, ਪਰਮੇਸ਼ਵਰ ਉਹਦੇ ਵਿੱਚ ਅਤੇ ਉਹ ਪਰਮੇਸ਼ਵਰ ਦੇ ਵਿੱਚ ਰਹਿੰਦਾ ਹੈ ਅਤੇ ਅਸਾਂ ਪਰਮੇਸ਼ਵਰ ਦੇ ਉਸ ਪ੍ਰੇਮ ਨੂੰ ਜੋ ਸਾਡੇ ਨਾਲ ਰੱਖਦਾ ਹੈ ਜਾਣਿਆ ਅਤੇ ਉਸ ਦੀ ਪ੍ਰਤੀਤ ਕੀਤੀ ਹੈ। ਪਰਮੇਸ਼ਵਰ ਪ੍ਰੇਮ ਹੈ ਅਤੇ ਜਿਹੜਾ ਪ੍ਰੇਮ ਵਿੱਚ ਰਹਿੰਦਾ ਹੈ ਉਹ ਪਰਮੇਸ਼ਵਰ ਵਿੱਚ ਰਹਿੰਦਾ ਹੈ ਅਤੇ ਪਰਮੇਸ਼ਵਰ ਉਸ ਵਿੱਚ ਰਹਿੰਦਾ ਹੈ। ਪ੍ਰੇਮ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਹੈ। ਭਾਈ ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ, ਕਿਉਂਕਿ ਜਿਵੇਂ ਉਹ ਹੈ ਤਿਵੇਂ ਅਸੀਂ ਵੀ ਇਸ ਸੰਸਾਰ ਵਿੱਚ ਹਾਂ। ਪ੍ਰੇਮ ਵਿੱਚ ਧੜਕਾ ਨਹੀਂ, ਸਗੋਂ ਪੂਰਾ ਪ੍ਰੇਮ ਧੜਕੇ ਨੂੰ ਹਟਾ ਦਿੰਦਾ ਹੈ, ਕਿਉਂ ਜੋ ਧੜਕੇ ਵਿੱਚ ਸਜ਼ਾ ਹੈ ਅਤੇ ਉਹ ਜੋ ਧੜਕਦਾ ਹੈ ਸੋ ਪ੍ਰੇਮ ਵਿੱਚ ਸੰਪੂਰਨ ਨਹੀਂ ਹੋਇਆ ਹੈ। ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹਨੇ ਸਾਡੇ ਨਾਲ ਪ੍ਰੇਮ ਕੀਤਾ। ਜੇ ਕੋਈ ਆਖੇ ਭਾਈ ਮੈਂ ਪਰਮੇਸ਼ਵਰ ਨਾਲ ਪ੍ਰੇਮ ਰੱਖਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ, ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਹਨੇ ਵੇਖਿਆ ਹੈ ਪ੍ਰੇਮ ਨਹੀਂ ਰੱਖਦਾ, ਉਹ ਪਰਮੇਸ਼ਵਰ ਨਾਲ ਜਿਸ ਨੂੰ ਉਹਨੇ ਨਹੀਂ ਵੇਖਿਆ ਪ੍ਰੇਮ ਰੱਖ ਨਹੀਂ ਸਕਦਾ। ਅਤੇ ਸਾਨੂੰ ਉਸ ਕੋਲੋਂ ਇਹ ਹੁਕਮ ਮਿਲਿਆ ਹੈ ਭਾਈ ਜਿਹੜਾ ਪਰਮੇਸ਼ਵਰ ਨਾਲ ਪ੍ਰੇਮ ਰੱਖਦਾ ਹੈ ਉਹ ਆਪਣੇ ਭਰਾ ਨਾਲ ਵੀ ਪ੍ਰੇਮ ਰੱਖੇ। ਅੱਜ ਇਸ ਅਖਮੀਰੀ ਰੋਟੀ ਦੇ ਪਰਵ ਦੇ ਦੁਆਰਾ ਜਿਸ ਨੂੰ ਅਸੀਂ ਅੱਜ ਮਨਾ ਰਹੇ ਹਾਂ, ਅਸੀਂ ਇਹ ਸਮਝ ਸਕਦੇ ਹਾਂ ਕਿ ਪਰਮੇਸ਼ਵਰ ਨੇ ਸਾਨੂੰ ਬਚਾਉਣ ਦੇ ਲਈ ਸਲੀਬ ਤੇ ਦਰਦਨਾਕ ਕਸ਼ਟਾਂ ਨੂੰ ਵੀ ਸਹਿਨ ਕੀਤਾ ਅਤੇ ਨਬੀ ਯਸ਼ਾਇਆ ਅਤੇ ਪਹਿਲਾ ਯਹੂਨਾ ਦੇ ਵਚਨਾਂ ਦੇ ਦੁਆਰਾ ਅਸੀਂ ਪਿਤਾ ਜੀ ਦੇ ਬਲੀਦਾਨ ਅਤੇ ਪਿਆਰ ਨੂੰ ਕੁਝ ਹੱਦ ਤੱਕ ਸਮਝ ਸਕਦੇ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਅੰਤ ਤੱਕ ਅਨੰਤ ਸਵਰਗ ਦੇ ਵੱਲ ਆਪਣੇ ਪੂਰੇ ਮਨ ਅਤੇ ਤਾਕਤ ਨਾਲ ਦੌੜਾਂਗੇ ਅਤੇ ਅੰਤ ਤੱਕ ਆਪਣਾ ਵਿਸ਼ਵਾਸ ਬਣਾਏ ਰੱਖਾਂਗੇ ਤਾਂ ਜੋ ਸਾਨੂੰ ਦਿੱਤਾ ਗਿਆ ਪਰਮੇਸ਼ਵਰ ਦਾ ਪਿਆਰ ਕਦੀ ਵੀ ਬੇਕਾਰ ਨਾ ਹੋਵੇ। ਆਓ ਅਸੀਂ ਅਖਮੀਰੀ ਰੋਟੀ ਦੇ ਪਰਵ ਦੇ ਅਰਥ ਨੂੰ ਆਪਣੇ ਮਨ ਵਿੱਚ ਫਿਰ ਤੋਂ ਲਿਖੀਏ ਕਿ ਉਹ ਪਰਮੇਸ਼ਵਰ ਦੇ ਸਲੀਬ ਤੇ ਚੜਾਏ ਜਾਣ ਦਾ ਪਿਆਰ ਹੈ ਅਤੇ ਹਮੇਸ਼ਾ ਦੇ ਲਈ ਮਸੀਹ ਦੇ ਮਹਾਨ ਬਲੀਦਾਨ ਅਤੇ ਪਿਆਰ ਨੂੰ ਆਪਣੇ ਮਨ ਵਿੱਚ ਰੱਖੀਏ। ਮੈਂ ਆਸ ਕਰਦਾ ਹਾਂ ਕਿ ਸਿਓਨ ਦੀਆਂ ਸਾਰੀਆਂ ਸੰਤਾਨਾਂ ਪਿਤਾ ਅਤੇ ਮਾਤਾ ਜੀ ਦੀ ਇੱਛਾ ਦਾ ਪਾਲਨ ਕਰਦੇ ਹੋਏ ਮਨੁੱਖ ਜਾਤੀ ਨੂੰ ਬਚਾਉਣ ਦੇ ਵਿਸ਼ਵ ਪ੍ਰਚਾਰ ਦੇ ਕੰਮ ਵਿੱਚ ਇੱਕ ਛੋਟਾ ਜਿਹਾ ਹਿੱਸਾ ਲੈਣ। ਇਸ ਦੇ ਨਾਲ ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।